इस तरह के वडमुले विचार सरवण करने साडा चैनल सबसक्राइब करो ते नाल लगे बैल आइकन नूं भी जरूर दबा दो तां जो तुसीं हरेक वीडियो सब तो पहले देख सको। हजूर साहब रहिंदा पत्थरां जिहां च ही आ, झाड़ियां झूड़े च बैठा रहिंदा, इक्को ही चोला ਉਹ ਧੋ ਕੇ ਪਾ ਲੈਂਦਾ, बस भुख लगे लंगर च रोटी खा ਲੈਂਦਾ, नहीं आउंदा नहीं ज्यादा इधर नूं। ਉਹ ਕਿਸੇ ਸਿੰਘ ਨੂੰ ਜਾਣਦਾ ਸੀ, ਚਲੋ ਉਹਨੇ फोन ਕੀਤਾ, 11 ਲੱਖ के 15 ਲੱਖ मूल मंत्र ਕੀਤਾ, माता साहब कौर ਦੇ दर्शन हो गए। कहना माता जी थोड़े तो दर्शन हो गए, माता जी महाराज दे भी करा दो। ਉਹ माता जी कहते थोड़े बापू जी तो दसम दी बाणी दे वाले खुश हुंदे ने। ਉਹ ਦੇ ਲੋ ਪੁਰਾਣੀ ਬੋਲੀ ਮਾਤਾ ਜੀ, ਇਹ ਤੁਹਾਡੇ ਬਾਪੂ ਜੀ, ਉਹ ਤਾਂ ਬੇਟਾ ਉਹ ਖੁਸ਼ ਹੁੰਦੇ ਨੇ ਦਸਵੀਂ ਦੀ ਬਾਣੀ ਤੇ। ਉਹਨੇ 1.5 ਸਾਲ ਬ੍ਰਹਮ ਕਵਚ ਰਾਤ ਦੇਣੀ ਸ਼ੁਰੂ ਕਰਤਾ। ਮਾਤਾ ਜੀ ਕਹਿੰਦੇ ਆ ਜਾ ਹੁਣ ਅੱਜ ਮਿਲਾ ਦਿੰਦੇ ਤੈਨੂੰ। ਜਦੋਂ ਕਲਗੀਧਰ ਮਹਾਰਾਜ ਦਰਸ਼ਨ ਹੋਏ ਨਾ, ਮਹਾਰਾਜ ਨੇ ਮਾਤਾ ਜੀ ਨੂੰ ਪਤਾ ਕੀ ਸਿਹਰਾ ਦਿੱਤਾ, ਕਹਿੰਦੇ ਜੇ ਤੁਹਾਡੇ ਵਰਗਾ ਵਕੀਲ ਹੋਵੇ ਫਿਰ ਕਾਹਦੀ ਕਮੀ ਆ। ਉਹ ਮਾਤਾ ਸਾਹਿਬ ਕੌਰ ਵਰਗਾ ਵਕੀਲ ਹੋਵੇ ਨਾ, ਜਿੰਨਾ ਮਰਜੀ ਕੰਮ ਖਰਾਬ ਹੋਇਆ ਹੋਵੇ, ਬਾਪੂ ਡੰਡਾ ਚੱਕੀ ਫਿਰਦਾ ਹੁੰਦਾ, ਮਾਂ ਗੋਦੀ ਨਾਲ ਲਾਉਂਦੀ, ਇਹਨੂੰ ਨਹੀਂ ਕੁੱਟਣਾ ਹੈ, ਇਹਨੂੰ ਨਹੀਂ ਕੁੱਟਣਾ, ਮਾਤਾ ਬਚਾ ਲੈਂਦੀ ਹਮੇਸ਼ਾ। ਇਸ ਕਰਕੇ ਮਾਤਾ ਸਾਹਿਬ ਕੌਰ ਦਾ ਚਿੱਤਰ ਘਰ 'ਚ ਜ਼ਰੂਰ ਲਾਓ। ਤੜਕੇ ਉੱਠ ਕੇ ਕਿਸੇ ਦਾ ਮੂੰਹ ਨਾ ਦੇਖਣਾ, ਬਸ ਕਲਗੀਧਰ ਮਹਾਰਾਜ, ਗੁਰੂ ਨਾਨਕ ਸਾਹਿਬ ਸਾਰਿਆਂ ਦਾ ਦਰਸ਼ਨ, ਮਾਤਾ ਜੀ ਦਾ ਜ਼ਰੂਰ ਦਰਸ਼ਨ ਕਰੋ, ਨਮਸਕਾਰ ਕਰੋ। ਮਾਂ ਰੋਟੀ ਦਿੰਦੀ ਆ, ਮਾਂ ਹੀ ਕੱਪੜਾ ਦਿੰਦੀ ਆ, ਮਾਂ ਹੀ ਸਭ ਕੁਝ ਦਿੰਦੀ ਆ, ਮਾਂ ਹੀ ਸਭ ਕੁਝ ਦਿੰਦੀ। ਮੈਨੂੰ ਤਾਂ ਮਾਤਾ ਜੀ ਨੇ ਸਾਰਾ ਕੁਝ ਦਿੱਤਾ, ਸਿੱਧੀ ਜੀ ਗੱਲ ਹੈ। ਹਰੇਕ ਚੀਜ਼ ਸਾਡੀ ਮਾਤਾ ਜੀ ਕਹਿੰਦੇ ਹਰ ਟਾਈਮ ਧਿਆਨ ਰੱਖਦੇ ਸਾਰੀ ਸੰਗਤ ਦਾ। ਇਹ ਮੈਂ ਕਿਹਾ ਸੀ, ਮੈਂ ਕਿਹਾ ਤੋੜਨ ਵਾਲੇ ਬਹੁਤ ਆ ਗਏ। ਇੱਕ ਸਿੰਘ ਨੂੰ ਮੈਂ ਕਿਹਾ, ਪੁੱਛੀ ਮਾਤਾ ਜੀ, ਮੈਂ ਤੋੜੀ ਜਾਂ ਮਾਤਾ ਸਾਹਿਬ ਕੌਰ ਦਾ ਕਿੱਡਾ ਸਿਆਣਾ ਜਵਾਬ ਸੀ। ਮਾਤਾ ਜੀ ਕਹਿੰਦੇ ਮੈਂ ਜਿਹੜੇ ਤੋੜਦੇ ਉਹਨਾਂ ਨਾਲ ਨਹੀਂ ਗੁੱਸੇ, ਉਹ ਤਾਂ ਚਲੋ ਨਰਕਾਂ ਦੇ ਕੀੜੇ ਹੈਗੇ ਹੀ ਆ। ਕਹਿੰਦੇ ਮੈਨੂੰ ਤਾਂ ਇਤਰਾਜ਼ ਆਪਣਿਆਂ ਤੇ ਜਿਹੜੇ ਟੁੱਟਦੇ ਆ, ਕਹਿੰਦੇ ਨਾ ਟੁੱਟਣ। ਇਸ ਕਰਕੇ ਤੁਸੀਂ ਜਿਹੜੇ ਟੁੱਟਦੇ ਹੋ ਤੁਹਾਨੂੰ ਡੰਡੇ ਮਾਰਨੇ ਉਹਨੇ, ਤੋੜਨ ਨਾਲੋਂ ਤਾਂ ਜਿਹੜੇ ਨਰਕਾਂ ਨੂੰ ਭੇਜਣਾ ਸੋ ਭੇਜਣਾ ਹੀ ਹੈ। ਮੈਂ ਇੱਕ ਕੁਐਸਚਨ ਹੁਣ ਤੁਹਾਨੂੰ ਵੀ ਕਰਨਾ, ਮੈਨੂੰ ਵੀ ਹੋਇਆ, ਸਾਰੇ ਥਾਈਂ ਮੈਂ ਪ੍ਰਚਾਰ ਕਰਦਾ, ਦਾਸ ਤੁਹਾਡਾ। ਮਹਾਰਾਜ ਨੇ ਇੱਕ ਸਿੰਘ ਨੂੰ ਬਚਨ ਕੀਤਾ ਸੀ, ਕਹਿੰਦੇ ਮਾਤਾ ਸਾਹਿਬ ਕੌਰ ਦਾ ਨਾਂ ਸਾਰੇ ਹੀ ਲੈਂਦੇ, ਮਾਤਾ ਸਾਡੀ ਹੈ। ਮੇਰਾ ਵੀ ਕਹਿੰਦੇ ਇਹ ਕਥਾ 'ਚ ਵੀ ਕਹਿੰਦਾ ਧੰਨ ਧੰਨ ਮਾਤਾ ਸਾਹਿਬ ਕੌਰ 'ਚ ਬੜਾ ਕਰਾਉਂਦਾ। ਕਹਿੰਦੇ ਇਹਨੂੰ ਪੁੱਛੋ ਵੀ ਇਹਨੇ 5 ਰੁਪਏ ਦੀ ਦੇਗ ਵੀ ਕਰਾਈ ਮਾਤਾ ਨਾਂ ਤੇ, ਕਦੇ ਕਦੇ ਸੂਟ ਦਿੱਤਾ, ਕਦੋਂ ਮਾਲਾ ਦਿੱਤਾ ਮਾਤਾ ਨਾਂ ਤੇ, ਕਿ 5 ਸਿੰਘਾਂ ਨੂੰ ਬਸਤਰ, ਚਲੋ ਠੀਕ ਆ ਸਾਨੂੰ ਪਹੁੰਚ ਜਾਂਦੀ। ਇਹੋ ਗੱਲ ਤਾਂ ਠੀਕ ਆ, ਮੈਂ 5 ਰੁਪਏ ਦੀ ਦੇਗ ਮੈਂ ਮਾਤਾ ਨਾਂ ਤੇ ਕਦੇ ਕਰਾਈ ਨਹੀਂ ਗੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਕੁਐਸਚਨ ਉਹਨਾਂ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਨੂੰ ਸਾਡੇ ਦਰਸ਼ਨ ਕਿਹਨੇ ਕਰਵਾਏ, ਵੀ ਉਦੋਂ ਨਾਲ ਸੀਗਾ 75 'ਚ ਹਜੂਰ ਸਾਹਿਬ। ਮੈਂ ਕਿਹਾ ਜੀ ਮਾਤਾ ਨੇ ਕਰਾਏ ਸੀ। ਮਹਾਰਾਜ ਕਹਿੰਦੇ ਉਹ ਮਾਤਾ ਨੂੰ ਭੁੱਲ ਗਏ ਹੋ? ਕਹਿੰਦੇ ਸਾਰੇ ਹੀ ਭੁੱਲ ਗਏ ਹੋ ਤੁਸੀਂ। ਅੰਮ੍ਰਿਤ ਛਕ ਕੇ ਆਪਣੇ ਮਾਤਾ ਸਾਹਿਬ ਕੌਰ ਨੂੰ ਸਾਰਾ ਪੰਥ ਹੀ ਭੁੱਲਿਆ ਬੈਠਾ। ਬਹੁਤ ਸੱਟ ਵੱਜੀ ਮਨ ਨੂੰ, ਬੜਾ ਮਨ ਨੂੰ ਦਰਦ ਹੋਇਆ ਵੀ ਹਾਂ ਗੱਲ ਤਾਂ ਸਹੀ। ਉਹ ਜਿਹੜੇ ਅਭਿਆਸੀ ਨੇ ਮੈਨੂੰ ਇਹ ਗੱਲ ਦੱਸੀ, ਮੈਂ ਕਿਹਾ ਉਹ ਐਟ ਏ ਟਾਈਮ ਹੀ ਆਪਾਂ ਹੁਣ ਕਰੀਏ ਕੁਛ, ਫਿਰ ਇਹ ਤਾਂ ਨਾਰਾਜ਼ਗੀ ਹੋ ਗਈ ਮੇਰੇ ਤੇ। ਕਹਿੰਦਾ ਵੀ ਮਹਾਰਾਜ ਕਹਿੰਦੇ ਜੇ ਮਾਤਾ ਲਈ ਸੂਟ ਨਹੀਂ ਭੇਟਾ ਕਰੇ, ਵੀ ਰੁਮਾਲਾ ਲੈ ਕੇ ਚੜਾ ਦੋ, ਨਾਲ ਦੇਖਦੇ ਮਾਇਆ ਭਾਰ ਨੇ ਗੋਲਕ 'ਚ ਅਰਦਾਸ ਕੀਤੀ। ਕਹਿੰਦੇ ਹੁਣ ਮਾਤਾ ਜੀ ਪ੍ਰਸੰਨ ਨੇ। ਕਿਉਂ? ਮਾਤਾ ਜੀ ਕਹਿੰਦੇ ਇਹ ਕਹਿੰਦੇ ਮੈਨੂੰ ਕੋਈ ਨਹੀਂ ਯਾਦ ਕਰਦਾ, ਇਹ ਖਾਲਸੇ ਦੀ ਮਾਤਾ ਸਾਹਿਬ ਕੌਰ ਹੈ। ਤੁਸੀਂ ਦੱਸੋ, ਕਥਾ 'ਚ ਸੁਣ ਕੇ ਭਾਵੇਂ ਨੇ ਕਿਸੇ ਨੇ ਦੇਗ ਕਰਾਤੀ ਹੋਵੇ, ਕੋਈ ਤਾਂ ਹੱਥ ਖੜਾ ਕਰਕੇ ਕਹੋ ਵੀ ਹਾਂ ਮੈਂ ਮਾਤਾ ਦਾ ਨਾਂ ਲੈ ਕੇ ਦੇਗ ਕਰਾਈ, ਲੰਗਰ ਕਰਾਇਆ, ਕੋਈ ਮੈਂ ਅਖੰਡ ਪਾਠ ਕਰਾਇਆ। ਮਾਤਾ ਆਪਣੀ ਦਾ ਜਨਮ ਦਿਨ ਤਾਂ ਕਦੇ ਮਨਾਇਆ ਹੀ ਨਹੀਂ, ਅਵਤਾਰ ਦਿਹਾੜਾ ਕੋਈ ਜੋਤੀ ਜੋਤ ਸਮਾਉਣ ਦਾ। ਇਸ ਕਰਕੇ ਦੇਖੋ, ਮਾਂ ਤੋਂ ਮਹਾਰਾਜ ਕਹਿੰਦੇ ਦੇਖੋ ਵੱਡੀਆਂ ਵੱਡੀਆਂ ਗੱਲਾਂ ਮੇਰੇ ਕੋਲ ਕਰ ਲਓ, ਪਰ ਮਾਤਾ ਆਪਣੀ ਜਿਹੜੀ ਆ ਉਹ ਨਿਆਣਿਆਂ ਦੀਆਂ ਛੋਟੀਆਂ ਛੋਟੀਆਂ ਗੱਲਾਂ, ਪਿਓ ਕੋਲ ਬੈਠਾ ਹੁੰਦਾ, ਨਿਆਣਾ ਭੱਜਿਆ ਹੋਊਗਾ, ਮਾਂ ਦੇ ਕੰਨ 'ਚ ਕਰੂਗਾ ਖੁਸਫੁਸ ਜੀ, ਉਹ ਕਹਿੰਦੀ ਇਹ ਆ ਮੰਗਦਾ, ਫਿਰ ਸਿਫਾਰਿਸ਼ ਚੱਲ ਜਾਂਦੀ ਹੈ। ਮਹਾਰਾਜ ਕਹਿੰਦੇ ਉਹ ਆਪਣੀ ਮਾਤਾ ਨੂੰ ਕਿਹਾ ਕਰੋ ਜੋ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ। ਉਹ ਸਿੰਘ ਨੇ ਵੀ ਮੈਨੂੰ ਝਾੜ ਝੰਬ ਕੀਤੀ,
ਇਹ ਨਹੀਂ ਹੁੰਦਾ ਕਿ ਅਸੀਂ ਬੜੇ ਜੀ ਗਿਆਨਵਾਨ, ਸਾਨੂੰ ਸਾਡੇ ਵਰਗਿਆਂ ਤਾਂ ਉੱਥੇ ਕੋਈ ਨਹੀਂ ਪੁੱਛਦਾ ਗਾਹਾਂ, ਉਸ ਤੋਂ ਬੜੇ ਵੱਡੇ ਵੱਡੇ ਖੜੇ ਭਾਈ। ਇਹ ਜ਼ਰੂਰ ਹੈ ਬਈ ਚੌਥੇ ਪਾਤਸ਼ਾਹ ਨੇ ਇੱਕ ਵਚਨ ਲਿਖਿਆ ਬੜਾ ਸੋਹਣਾ, ਬਾਣੀ 'ਚ ਪੰਗਤੀ ਭੁੱਲ ਗਈ, ਉਹਦਾ ਅਰਥ ਭਾਵ ਕੀ ਕਹਿੰਦੇ, ਮੈਨੂੰ ਕੋਈ ਨਹੀਂ ਜਾਣਦਾ, ਸੱਚਖੰਡ 'ਚ ਵੀ ਮੈਨੂੰ ਕੋਈ ਨਹੀਂ ਜਾਣਦਾ। ਉਹਨਾਂ ਨੇ ਟਿਕਾਉਣੀ ਆਪਣੇ ਤੇ ਗੱਲ, ਉਹ ਨਹੀਂ, ਉਹ ਸਾਨੂੰ ਸਿਰਫ ਸਮਝਾਉਣ ਲਈ ਲਿਖਦੇ ਨੇ। ਕਹਿੰਦੇ ਪਰ ਗੁਰਬਾਣੀ ਕਰਕੇ ਮੇਰਾ ਸਤਿਕਾਰ ਹੈ ਸੱਚਖੰਡ 'ਚ, ਗੁਰਬਾਣੀ ਕਰਕੇ ਮੇਰਾ ਦੁਨੀਆ ਸਤਿਕਾਰ। ਉਹ ਆਪਾਂ ਨੂੰ ਦੱਸਦੇ ਨੇ ਵੀ ਗੁਰਬਾਣੀ ਕਰਕੇ ਤੁਹਾਡਾ ਇੱਥੇ ਸਤਿਕਾਰ ਹੋਣਾ, ਗੁਰਬਾਣੀ ਕਰਕੇ ਹੀ ਤੁਹਾਡਾ ਉੱਤੇ ਸਤਿਕਾਰ ਹੋਣਾ। ਤੇ ਮਾਤਾ ਦੇ ਚਰਨੀ ਲੱਗ ਜਾਓ, ਮਾਤਾ ਨੂੰ ਨਾ ਭੁਲਾਓ। ਐਸੇ ਕਰਕੇ ਪੰਥ ਜਿਹੜਾ ਉਹ ਥੋੜਾ ਜਿਹਾ ਕੰਮ ਖਰਾਬ ਹੋਇਆ ਹੋਇਆ। ਮੈਂ ਤੁਹਾਨੂੰ ਪ੍ਰਸ਼ਨ ਪੁੱਛਾਂ ਵੀ ਗੁਰੂ ਨਾਨਕ ਸਾਹਿਬ ਨੂੰ ਤਾਂ ਤੁਸੀਂ ਯਾਦ ਕਰਦੇ ਹੋ, ਤੇ ਮਾਤਾ ਸੁਲੱਖਣੀ ਨੂੰ ਕਦੇ ਕੋਈ ਯਾਦ ਕਰਦਾ? ਤੇ ਭਲਾ ਨਹੀਂ ਮਾਤਾ ਸੁਲੱਖਣੀ ਦਾ ਕੀ ਕਸੂਰ ਸੀਗਾ? ਤੇ ਮਾਤਾ ਖੀਵੀ ਸਹੁ ਸੋਏ ਜਿਨ ਗੋਏ ਉਠਾਲੀ, ਸੱਤੇ ਬਲਵੰਡੇ ਦੀ ਵਾਰ ਪੜਿਆ ਕਰੋ। ਸੋ ਇਸੇ ਪ੍ਰਕਾਰ ਸਾਰੀਆਂ ਮਾਤਾਵਾਂ ਦੇ ਨਾਮ ਵੀ ਚੇਤੇ ਰੱਖੋ, ਤੇ ਸਾਰੀਆਂ ਗੁਰੂ ਕੀਆਂ ਪੁੱਤਰੀਆਂ, ਬੀਬੀ ਅਣੋਖੀ ਜੀ, ਬੀਬੀ ਅਮਰੋ ਜੀ, ਗੁਰੂ ਨਾਨਕ ਸਾਹਿਬ ਵੇਲੇ ਤਾਂ ਭੈਣ ਜੀ ਹੋਏ ਬੇਬੇ ਨਾਨਕੀ ਜੀ, ਉਹਨਾਂ ਨੂੰ ਵੀ ਨਹੀਂ ਕੋਈ ਯਾਦ ਕਰਦਾ। ਬਾਬਾ ਜੀ ਦਾ ਇੱਥੋਂ ਮੈਨੂੰ ਫੋਨ ਗਿਆ ਸੀ ਹਰਖਵਾਲ ਵਾਲਿਆਂ ਦਾ, ਕਹਿੰਦੇ 2, 3, 4 ਅਪ੍ਰੈਲ ਨੂੰ ਬੇਬੇ ਨਾਨਕੀ ਦਾ ਅਸੀਂ ਦਿਨ ਮਨਾਉਂਦੇ ਹਾਂ, ਤੁਸੀਂ ਉੱਥੇ ਬੋਲ ਦਿਓ ਸਾਰਾ ਕੁਛ। ਇਸ ਪ੍ਰਕਾਰ 5 ਸਾਲ ਵੱਡੇ ਸੀ। ਹੁਣ ਇਹ ਚੀਜ਼ ਜਦੋਂ ਦੀ ਆਈ ਸਾਹਮਣੇ, ਹਾਂ ਬਈ ਅਸੀਂ ਤਾਂ ਇਹ ਠੀਕ ਹੈ ਵੀ 10 ਗੁਰਾਂ ਨੂੰ ਹੀ ਯਾਦ ਕਰਦੇ ਆ। ਉਹ ਜਿਨ੍ਹਾਂ ਨੇ ਮੰਗਿਆ ਸੀ ਪ੍ਰਮਾਤਮਾ ਤੋਂ ਕਿ ਸਾਡੇ ਘਰ ਆਇਓ, ਬਾਬਾ ਕਲਿਆਣ ਚੰਦ ਜੀ ਨੇ, ਉਹ ਜਿਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਾਲਿਆ, ਬੇਬੇ ਨਾਨਕੀ ਮਾਤਾ ਤ੍ਰਿਪਤਾ ਜੀ ਨੇ। ਮੈਂ ਤਾਂ ਇਹ ਗੱਲ ਕਰਦਾ, ਧੰਨ ਭਾਈ ਬਾਲਾ, ਧੰਨ ਭਾਈ ਮਰਦਾਨਾ। ਇੱਥੇ ਕੋਈ ਮੈਨੂੰ ਹੁਣ ਭਾਈ ਸਾਹਿਬ ਕਹਿ ਰਹੇ ਸੀ ਇਹਨਾਂ ਨੇ ਸੰਤਾਂ ਦੀ ਸੇਵਾ ਕੀਤੀ ਨਾਲ ਰਹਿ ਕੇ। ਬਾਬਾ ਹਰੀ ਸਿੰਘ ਜੀ ਕੋ ਬਾਬਾ ਕਲੇਰਾਂ ਵਾਲਿਆਂ ਦੀ ਸੇਵਾ ਕੀਤੀ ਆ, ਉਹ 95-96 ਸਾਲ ਦੇ, ਉਹਨਾਂ ਨੇ CD ਵੀ ਭਰੀ, DVD ਬਣਾਈ। ਬੜਾ, ਜੇ ਕੋਈ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਜਾਓ ਲੱਭ ਕੇ ਲਿਆਓ ਕੋਈ 10ਵੇਂ ਪਾਤਸ਼ਾਹ ਵੇਲੇ ਦਾ ਸਿੰਘ। ਫਿਰ ਇੱਕ ਨਿੰਗ ਸਿੰਘ ਮਿਲੇ ਸੀ, ਬਜ਼ੁਰਗ ਸੀ ਬਹੁਤ, ਪਾਲਕੀ 'ਚ ਲਿਆਂਦੇ ਸੀ, ਸੋਨੇ ਦੇ ਸਿੱਕਿਆਂ ਦੀ ਵਰਖਾ ਕੀਤੀ ਸੀ ਉਹਨਾਂ ਦੇ ਉੱਤੋਂ। ਚਰਨੀ ਹੱਥ ਲਾਇਆ ਮਹਾਰਾਜ ਰਣਜੀਤ ਸਿੰਘ ਨੇ, ਆਪ ਥੱਲੇ ਬਹਿ ਕੇ ਉਹਨਾਂ ਨੂੰ ਗੱਦੀ ਤੇ ਬਿਠਾ ਲਿਆ। ਬਾਬਾ ਜੀ ਧੰਨੋ ਤੁਸੀਂ 10ਵੇਂ ਪਾਤਸ਼ਾਹ ਦਰਸ਼ਨ ਕੀਤੇ। ਉਹ ਜਿਹੜੇ ਸਾਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਨੂੰ ਆਸਾ ਦੀ ਵਾਰ ਸੁਣਾਉਂਦੇ ਰਹੇ, ਸੋਦਰ ਲਾਉਂਦੇ ਰਹੇ, ਉਹ ਭਾਈ ਮਰਦਾਨੇ ਨੂੰ ਤੁਸੀਂ ਯਾਦ ਕਰਦੇ। ਇਸ ਤਰ੍ਹਾਂ ਦੇਖੋ, ਕੱਲੇ ਇਹ ਨਹੀਂ ਕਿ 10 ਗੁਰਾਂ ਨੂੰ ਹੀ ਯਾਦ ਕਰ ਲਿਆ, ਨਹੀਂ। ਬਾਬਾ ਬੁੱਢਾ ਜੀ ਹੈ, ਭਾਈ ਬਿਧੀ ਚੰਦ ਹੈ, ਭਾਈ ਬਚਿੱਤਰ ਸਿੰਘ ਜੀ ਹੈ। ਘੱਟੋ ਘੱਟ ਉਹਨਾਂ ਨੂੰ ਯਾਦ ਕਰੋ ਵੀ ਇਹਨਾਂ ਨੇ ਇੰਨੀ ਸੇਵਾ ਕੀਤੀ ਸੱਚੇ ਪਾਤਸ਼ਾਹ। ਇਸ ਕਰਕੇ ਉਹ ਸੇਵਾ ਵੱਡਿਆਂ ਦੀ, ਮਹਾਰਾਜ ਨੇ ਕਿਹਾ ਸੀ ਬਾਬਾ ਬੁੱਢਾ ਜੀ ਜਿਹੜਾ ਤੁਹਾਡਾ ਨਾਂ ਵੀ ਲਊਗਾ ਉਹਨੂੰ ਵੀ ਸਿੱਖੀ ਮਿਲ ਜਾ ਕਰੂਗੀ। ਤਾਂਹੀਓ ਆਪਣੇ ਜੇ ਚੀਜ਼ਾਂ ਘਟ ਰਹੀਆਂ, ਸਿੱਖੀ ਕਿਉਂ ਘਟਦੀ? ਕਿਉਂ ਆਪਾਂ ਮਹਾਰਾਜ ਨੇ ਇੱਕ ਬੜਾ ਸੌਖਾ ਹੀ ਰਸਤਾ ਦਿੱਤਾ, ਜਿਹੜਾ ਆਖੂਗਾ ਕਹੋ ਧੰਨ ਬਾਬਾ ਬੁੱਢਾ ਜੀ, ਧੰਨ ਬਾਬਾ ਬੁੱਢਾ ਜੀ। ਲਓ ਵੀ ਸਿੱਖੀ ਤਾਂ ਮਿਲ ਗਈ ਆਪਾਂ ਨੂੰ ਬਾਬਾ ਬੁੱਢਾ ਜੀ ਦਾ ਨਾਂ ਲੈਣ ਨਾਲ ਹੀ। ਜਿਹੜੇ ਸਿੱਖਾਂ ਨੇ ਸਿੱਖੀ ਕਮਾਈ ਆ, ਉਹਨਾਂ ਸਿੱਖਾਂ ਦਾ ਸਿਰਫ ਨਾਂ ਲੈਣ ਨਾਲ ਹੀ ਸਿੱਖੀ ਮਿਲ ਜੇ। ਮੈਂ ਤੇ ਬੇਬੇ ਨਾਨਕੀ ਨੂੰ ਰੋਜ਼ ਮੱਥਾ ਟੇਕ, ਬੇਬੇ ਸਾਡੇ ਤੇ ਵੀ ਕਿਰਪਾ ਕਰਦੇ, ਤੂੰ ਜਿੰਨੀ ਵੱਡੀ ਸਿੱਖ ਸੀ, ਪਹਿਲਾ ਸਿੱਖ ਜਿਹਨੇ ਗੁਰੂ ਨਾਨਕ ਨੂੰ ਪਛਾਣਿਆ, ਬੇਬੇ ਸਾਨੂੰ ਵੀ ਸਿੱਖੀ ਦੇ ਦੇ, ਤੇਰੇ ਦਰ ਤੋਂ ਤੂੰ ਵੀ ਕਿਣਕਾ ਦੇ ਦੇ ਸਾਨੂੰ। ਜਿੱਦਾਂ ਸਿੱਖਾਂ ਕਹਿੰਦੇ ਨੇ ਅੱਗ 'ਚ ਹੱਥ ਪਾ ਕੇ ਕੱਢ ਲਓ, ਇੱਕਦਮ ਪੈਰ ਪਾ ਕੇ ਕੱਢ ਲਓ, ਸਾੜਦੀ ਨਹੀਂ। ਪਰ ਅੱਗ ਨਾਲ ਤਪਿਆ ਹੋਇਆ ਲੋਹਾ ਜਿਹੜਾ, ਉਹਨੂੰ ਮਾੜਾ ਜਿਹਾ ਕਿਤੇ ਹੱਥ ਟੱਚ ਕਰ ਦੋ, ਉੱਥੋਂ ਹੀ ਮਾਸ ਸਾੜ ਦਿੰਦਾ। ਇਸੇ ਤਰ੍ਹਾਂ ਜਿਨ੍ਹਾਂ ਨੇ ਸਿੱਖੀ ਅਲੱਗ ਗੱਲ ਹੈ, ਜਿਨ੍ਹਾਂ ਸਿੱਖੀ ਕਮਾਈ ਹੈ, ਉਹਨਾਂ ਸਿੱਖਾਂ ਦਾ ਨਾਂ ਲਿਆ ਕਰੋ ਤੇ ਉਹਨਾਂ ਦਾ ਸਿਰਫ ਯਾਦ ਕਰਨਾ, ਕਨੈਕਸ਼ਨ ਹੋ ਜਾਂਦਾ ਧਿਆਨ। ਉਹ ਵੀ ਸੱਚਖੰਡ ਬੈਠੇ ਦੇ ਮੈਨੂੰ ਯਾਦ ਕਰਦਾ। ਕਿਉਂ ਯਾਦ ਕਰਦਾ? ਮੈਨੂੰ ਸਿੱਖੀ ਚਾਹੀਦੀ, ਮਹਾਰਾਜ ਮੇਰੇ ਤੇ ਕਿਰਪਾ ਕਰੋ। ਸਿਮਰਨ ਨਾਲ ਕੀ ਨਹੀਂ ਹੁੰਦਾ ਇਹ ਦੱਸੋ।
ਇੱਥੇ ਦਾ ਦੱਸ ਕੇ ਕਹਿੰਦੇ ਜਿਹੇ ਮਾਤ ਪਿਤਾ ਸੁਤ ਮੀਤ ਨਾ ਭਾਈ ਮਾਨੂਹਾ ਨਾਮ ਤੇਰਾ ਸੰਗ ਸਹਾਈ। ਨਾਮ ਨੇ ਆਪਣੀ ਲੋਕ ਤੇ ਪਰਲੋਕ ਸਹਾਇਤਾ ਕਰਨੀ ਦੋਵਾਂ ਥਾਵਾਂ ਤੇ। ਇਹ ਇੱਕ ਗੱਲ ਹੁੰਦੀ ਕਿ ਇੰਨੇ ਸਾਲ ਸਨ 74 ਤੋਂ 74 ਤੋਂ ਲੈ ਕੇ 2010 ਆ ਗਿਆ ਦਾਸ ਨੂੰ, ਸਾਰੀ ਜ਼ਿੰਦਗੀ ਦਾ ਇੱਕ ਮੌਰਲਿਕ ਤੱਤ ਨਿਚੋੜ ਕੇ ਕੱਢਿਆ, ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਗੁਰੂ ਗ੍ਰੰਥ ਸਾਹਿਬ ਚ ਨਿਚੋੜ ਇਹ ਕੱਢਿਆ ਬਈ ਨਾਮ ਦੀ ਮਹਿਮਾ ਹਰ ਪੰਗਤੀ ਚ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਜਪੋ, ਨਾਮ ਜਪੋ, ਨਾਮ ਜਪੋ। ਕਿਉਂ? ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ, ਧਾਰੇ ਮਤਲਬ ਆਸਰੇ, ਆਗਾਸ ਪਾਤਾਲ। ਨਾਮ ਦੇ ਆਧਾਰ ਤੇ ਬੁੱਧੀ ਪ੍ਰਕਾਸ਼ਮਾਨ ਹੁੰਦੀ, ਨਾਮ ਨਾਲ ਹੀ ਬ੍ਰਹਮ ਗਿਆਨ ਹੁੰਦਾ, ਗਿਆਨ ਪੈਦਾ ਹੋ ਜਾਂਦਾ ਅੰਦਰ। ਕਿਉਂਕਿ ਨਾਮ ਹੀ ਵੱਡਾ ਬਾਬਾ, ਮੂਰਖ ਹਾਂ ਨਾਵੈ ਬਲ ਜਾਉ। ਬਾਬਾ ਮੈਂ ਤਾਂ ਮੂਰਖ ਜਿਹਾ ਬੰਦਾ, ਤੁਹਾਨੂੰ ਕੁਛ ਨਹੀਂ ਨਾ ਆਉਂਦਾ, ਕੋਈ ਰਾਹ ਨਹੀਂ ਖੁੱਲਦਾ, ਤੁਸੀਂ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਓ ਬਸ। ਹੁਣ ਵਾਹਿਗੁਰੂ ਨੇ ਰਸਤਾ ਦਿਖਾ ਦੇਣਾ। ਵਾਹਿਗੁਰੂ, ਇੱਕ ਸਿੰਘ ਕਹਿੰਦਾ ਮੈਂ ਚੜ੍ਹਾਈ ਕਰ ਗਿਆ, ਇੱਕ ਵਾਰ ਸਿੰਘ ਚੜ੍ਹਾਈ ਕਰ ਗਿਆ, ਉਹ ਦੁਬਾਰਾ ਫਿਰ ਜਿਉਂਦਾ ਹੋ ਗਿਆ। ਕਹਿੰਦਾ ਮੈਂ ਅੱਗੇ ਗਿਆ, ਮੈਨੂੰ ਹਨੇਰਾ ਹੀ ਹਨੇਰਾ ਦਿਖੇ, ਹਨੇਰਾ ਹੀ ਹਨੇਰਾ ਦਿਖੇ। ਕਹਿੰਦਾ ਮੈਂ ਵਾਹਿਗੁਰੂ ਕਹਿਣ ਦਾ ਬੜਾ ਜ਼ੋਰ ਲਾਵਾਂ, ਮੂੰਹ ਚ ਵਾਹਿਗੁਰੂ ਕਹਿ ਨਾ ਹੋਵੇ, ਹਲੇ ਉਹ ਅੰਮ੍ਰਿਤ ਨਹੀਂ ਛਕਿਆ ਉਹਨੇ। ਕਹਿੰਦਾ ਬੜੀ ਮੁਸ਼ਕਿਲ ਨਾਲ ਇੱਕ ਵਾਰ ਵਾਹਿਗੁਰੂ ਕਿਹਾ, ਲਾਈਟ ਆ ਗਈ, ਇੱਕ ਸਿੰਘ ਆਇਆ ਬਰਛੇ ਵਾਲਾ, ਕਹਿੰਦਾ ਚੱਲ ਹਲੇ ਤੂੰ ਥੱਲੇ ਚੱਲ, ਹਲੇ ਤੇਰਾ ਹੈਗਾ, ਹਲੇ ਅੰਮ੍ਰਿਤ ਛਕਣਾ ਤੂੰ। ਉਹਨੇ ਆਉਂਦੇ ਹੀ ਅੰਮ੍ਰਿਤ ਛਕ ਲਿਆ। ਭਿੱਖੀ ਵਿੰਡ ਦੀ ਗੱਲ ਹੈ ਇਹ। ਉਹ ਕੱਪੜੇ ਸੁੱਕਣੇ ਪਾਉਣ ਲੱਗਿਆ, ਤਾਰ ਤੋਂ ਕਿਤੇ ਗਾਂ ਕਰੰਟ ਵਾਲੀ ਤਾਰ ਨਾਲ ਲੱਗੀ ਹੋਈ ਸੀ, ਉਹ ਝਟਕਾ ਵੱਜਿਆ ਤੇ ਉਹ ਚੜਾਈ ਕਰ ਗਿਆ ਸੀ। ਉਹਨੂੰ ਫਿਰ ਕਿਹਾ ਇਸ ਕਰਕੇ ਵਾਹਿਗੁਰੂ ਨੇ ਰਸਤਾ ਦਿਖਾਉਣਾ ਹੈ, ਗੁਰੂ ਗ੍ਰੰਥ ਸਾਹਿਬ ਨੇ ਰਸਤਾ ਦਿਖਾਉਣਾ ਹੈ। ਕਥਾ ਵਿੱਚ ਦੱਸਿਆ ਹੋਇਆ ਨਾ, ਜਦ ਕੋਈ ਸੁਭਾਵਿਕ ਕਈ ਪ੍ਰੈਕਟੀਕਲੀ ਚੀਜ਼ਾਂ ਆਉਂਦੀਆਂ, ਮਹਾਤਮਾ ਤੋਂ ਅਭਿਆਸੀਆਂ ਤੋਂ ਮੈਨੂੰ ਕਈ ਚੀਜ਼ਾਂ ਲੱਭ ਜਾਂਦੀਆਂ, ਮੈਂ ਇਕੱਲਾ ਨਹੀਂ ਖਾਂਦਾ, ਵੰਡ ਛਕੋ ਕਰਦਾ। ਇਹ ਨੁਕਸ ਵੀ ਹੈ ਮੇਰੇ ਚ, ਪਰ ਤੁਹਾਡਾ ਫਾਇਦਾ। ਮਹਾਰਾਜ ਤਾਂ ਇਹ ਕਹਿੰਦੇ ਜੀ ਪਤਾ ਲੱਗ ਜਾਊ, ਅੰਦਰ ਵੀ ਤਾਂ ਰੱਖਿਆ ਕਰੋ ਮਾੜਾ ਮੋਟਾ, ਗੱਲ ਦੱਬ ਵੀ ਲਈ ਦੀ ਹੁੰਦੀ ਆ। ਮਹਾਰਾਜ ਪੰਥ ਤਾਂ ਥੱਲੇ ਨੂੰ ਜਾਂਦਾ, ਹੁਣ ਕਰੀਏ ਕੀ, ਇਹਨਾਂ ਨੂੰ ਤਾਂ ਦੇਣਾ ਹੀ ਪੈਂਦਾ, ਨਹੀਂ ਤਾਂ ਇਹ ਨਿਆਣੇ ਡੁੱਬ ਜਾਣਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਕੋਈ ਚੀਜ਼ ਮਿਲ ਜੇ ਉਹਨੂੰ ਅੰਦਰ ਛੁਪਾ ਲਓ, ਤੇ ਛੁਪਾ ਕੇ ਆਪਣੇ ਅੰਦਰ ਰੱਖੋ, ਦੱਸੋ ਨਾ ਕਿਸੇ ਨੂੰ। ਪਰ ਹੁਣ ਅਭਿਆਸੀ ਕਈ ਚੀਜ਼ਾਂ ਦੱਸ ਦਿੰਦੇ ਨੇ, ਕਹਿੰਦੇ ਵੀ ਨਾਮ ਜਪਣ ਦੇ ਨਾਲ ਸਾਰੇ ਤਰ੍ਹਾਂ ਦੀ ਕਿਰਪਾ ਹੋ ਜਾਂਦੀ ਹੈ, ਨਾਮ ਜਪਦਿਆਂ ਜਪਦਿਆਂ ਸਾਰੇ ਰਸਤੇ ਮਿਲ ਜਾਂਦੇ ਨੇ। ਇੱਕ ਵਾਰ ਕਿਸੇ ਸਿੰਘ ਨੂੰ ਮਹਾਰਾਜ ਕਹਿਣ ਲੱਗੇ, ਕਹਿੰਦਾ ਮਹਾਰਾਜ ਇੱਕ ਵਾਰ ਕਾਫੀ ਔਂਕੜ ਆ ਗਈ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਜੇ ਔਂਕੜ ਆ ਜਾਂਦੀ ਹੁੰਦੀ ਸਾਨੂੰ ਯਾਦ ਕਰ ਲਿਆ ਕਰੋ, ਕਨੈਕਸ਼ਨ ਤਾਂ ਕਰਿਆ ਕਰੋ। ਕਹਿੰਦਾ ਸਤ ਬਚਨ। ਉਹ ਗੱਲ ਕਿਤੇ ਮੈਨੂੰ ਉਹਨੇ ਦੱਸੀ, ਦਾਸ ਨੇ ਉਹ ਕਥਾ 'ਚ ਰਿਕਾਰਡ ਕਰ ਦਿੱਤੀ। ਮਹਾਰਾਜ ਕਹਿੰਦੇ ਵੀ ਮੈਨੂੰ ਯਾਦ ਕਰ ਲਿਆ। ਦੋ ਸਿੰਘ ਸਿੰਘਣੀ ਮਿਲਣ ਆਏ ਇੱਥੋਂ ਨਿਊਯਾਰਕ ਤੋਂ, ਜਦੋਂ ਐਲਸ ਬ੍ਰਾਂਟੇ ਕਥਾ ਭਰ ਰਹੇ ਸੀ USA 'ਚ, ਮਿਲ ਕੇ ਉਹ ਬੜੇ ਖੁਸ਼ ਹੋਏ ਵੀ ਅਸੀਂ ਤਾਂ ਮਿਲਣ ਆਏ, ਅਸੀਂ ਅੰਮ੍ਰਿਤ ਛਕਿਆ ਕਥਾ ਸੁਣ ਕੇ। ਉਹ ਜਦੋਂ ਗਏ ਤਾਂ ਨਿਊਯਾਰਕ ਤੋਂ ਮੈਨੂੰ ਫੋਨ ਕਰਦੇ ਨੇ, ਕਹਿੰਦੇ ਉਹ ਏਅਰਪੋਰਟ ਦੋ ਨੇ ਉੱਥੇ, ਉਹ ਕਹਿੰਦੇ ਇਹ ਦੂਜੇ ਤੇ ਉਹ ਦੂਸਰੇ ਤੇ ਲੈ ਗਏ ਸਾਨੂੰ, ਸਨ ਫਰਾਂਸਿਸਕੋ ਵਾਲੇ ਤੇ ਲੈ ਗਏ। ਜਾਣਾ ਸੀਗਾ ਉਹ ਜਿਹੜਾ ਦੂਸਰਾ ਹੈਗਾ ਏਅਰਪੋਰਟ। ਕਹਿੰਦਾ ਉਸ ਵਕਤ ਅਸੀਂ ਜਾ ਕੇ ਉਹਨਾਂ ਦਿਖਾਓ, ਕਹਿੰਦੇ ਉਹ ਦੂਸਰੇ ਏਅਰਪੋਰਟ ਜਾਓ। ਕਹਿੰਦਾ ਟੈਕਸੀ ਵਾਲਾ ਕਹਿੰਦਾ ਹੁਣ ਤੁਸੀਂ ਗਏ ਵੀ ਤਾਂ ਉਹ ਵੀ ਜਹਾਜ਼ ਨਿਕਲ ਜਾਣਾ, ਇੱਥੇ ਵੀ ਚਲੇ, ਇਹਨੂੰ ਪੁੱਛ ਲਓ। ਉਹ ਗੋਰੇ ਨੂੰ ਪੁੱਛਿਆ ਇਹ ਜੇ ਕੰਪਨੀ ਤੁਹਾਡੀ ਹੋਈ ਹੈ ਵੀ ਤੁਸੀਂ ਸਾਨੂੰ ਬਿਠਾ ਲਓ। ਉਹ ਕਹਿੰਦਾ ਨਹੀਂ ਨਹੀਂ ਇਹ ਕਾਨੂੰਨੀ ਟੁੱਟ ਸਕਦਾ, ਹੈ ਨਹੀਂ। ਉਹ ਤੁਹਾਨੂੰ ਜਵਾਬ ਦੇਤਾ ਉਹਨੇ। ਹੁਣ ਉੱਧਰ ਜਾਂਦੇ ਤਾਂ ਉਹ ਵੀ ਜਹਾਜ਼ ਨਿਕਲ ਜਾਂਦਾ। ਉਹ ਕਹਿੰਦੇ ਸਾਨੂੰ ਉਹ ਕਥਾ ਵਾਲੀ ਗੱਲ ਚੇਤੇ ਆ ਗਈ ਵੀ ਹੁਣ ਮੁਸੀਬਤ ਨੂੰ ਫਸੇ ਆ। ਰਾਮ ਨਾਮ ਉਰ ਮੈਂ ਗਹਿਓ ਜਾ ਕੇ ਸਭ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਉਹ ਦੋਨੋਂ ਵਿਚਾਰੇ ਸਿੰਘ ਸਿੰਘਣੀ ਇੰਨੀ ਸ਼ਰਧਾ ਵਾਲੇ, ਅੱਖਾਂ ਬੰਦ ਕੀਤੀਆਂ
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ। ਕਹਿੰਦਾ 2 ਮਿੰਟ ਬਾਅਦ ਉਹ ਗੋਰਾ ਪਤਾ ਕਹਿੰਦਾ, ਮਿਸਟਰ ਸਿੰਘ ਆ ਜਾਓ, ਫਿਰ ਬਹਿ ਜਾਓ ਤੁਸੀਂ, ਮੈਂ ਐਡਜਸਟ ਕਰ ਦਿੰਦਾ। ਆਖੋ ਗੱਜ ਕੇ ਸਤਨਾਮ ਸ਼੍ਰੀ।